ਅੱਜ ਆਪਾਂ ਬੇਸਿਕਸ ਕਰਾਂਗੇ ਆਰਗੈਨਿਕ ਕੈਮਿਸਟਰੀ ਦੇ। ਇਹ +1 ਕਲਾਸ ਵਾਸਤੇ ਵੀ ਨੇ, +2 ਕਲਾਸ ਵਾਸਤੇ ਵੀ ਨੇ। ਇਸ ਤੋਂ ਇਲਾਵਾ ਹੋਰ ਵੀ ਕੰਪੀਟੀਟਿਵ ਐਗਜ਼ਾਮਸ ਦੀ ਜਦੋਂ ਆਪਾਂ ਤਿਆਰੀ ਕਰਦੇ ਹਾਂ, ਬੇਸਿਕਸ ਤੋਂ ਬਗੈਰ ਆਪਾਂ ਨੂੰ ਪਤਾ ਆਪਾਂ ਸਬਜੈਕਟ 'ਤੇ ਕਮਾਂਡ ਨਹੀਂ ਕਰ ਸਕਦੇ। ਤਾਂ ਅੱਜ ਆਪਾਂ ਸ਼ੁਰੂ ਕਰਦੇ ਹਾਂ ਆਰਗੈਨਿਕ ਕੈਮਿਸਟਰੀ ਦੇ ਬੇਸਿਕਸ। ਜਿਵੇਂ ਕਿ ਦੇਖੋ ਵੀ ਆਰਗੈਨਿਕ ਕੈਮਿਸਟਰੀ ਦੀ ਜਦੋਂ ਆਪਾਂ ਨੇਮਿੰਗ ਕਰਦੇ ਹਾਂ, ਨੇਮਿੰਗ ਕਰਨ ਟਾਈਮ ਆਪਾਂ ਨੂੰ ਪਤਾ ਨੇਮਿੰਗ 2 ਟਾਈਪਸ ਨਾਲ ਹੁੰਦੀ ਹੈ। ਜਦੋਂ ਵੀ ਕੰਪਾਊਂਡਸ ਦਾ, ਮੋਲੀਕੂਲਸ ਦਾ ਨੇਮ ਕਰਦੇ ਹਾਂ, ਇੱਕ ਹੁੰਦੇ ਆ IUPAC ਨੇਮ, ਦੂਸਰਾ ਆਪਾਂ ਕਹਿੰਦੇ ਹੁੰਦੇ ਆ ਕਾਮਨ ਨੇਮਸ। ਕਾਮਨ ਨੇਮਸ IUPAC ਨੇਮਸ ਜਿਹੜੇ ਹੁੰਦੇ ਆ, ਦੇਖੋ ਉਹਨਾਂ ਨੂੰ ਦੇਖੋ ਇਹਦਾ ਫੁੱਲ ਫਾਰਮ ਕੀ ਹੁੰਦੀ ਹੈ। ਪਹਿਲਾਂ ਤਾਂ ਫੁੱਲ ਫਾਰਮ ਪਤਾ ਕਰੋ। ਇੰਟਰਨੈਸ਼ਨਲ ਯੂਨੀਅਨ ਆਫ ਪਿਓਰ ਐਂਡ ਅਪਲਾਈਡ ਕੈਮਿਸਟਰੀ। ਇਹਦੀ ਫੁੱਲ ਫਾਰਮ ਹੈ, ਇੱਕ ਬ੍ਰਾਂਚ ਹੈਗੀ ਸੀ, ਬ੍ਰਾਂਚ ਨੇ IUPAC ਜਿਹਨੂੰ ਆਪਾਂ ਸ਼ਾਰਟ ਫਾਰਮ 'ਚ ਬੋਲਦੇ ਹਾਂ, ਉਹਨਾਂ ਨੇ ਜਿਹੜੀ ਨੇਮ ਦਿੱਤੇ ਸੀਗੇ, ਨੇਮਿੰਗ IUPAC ਦੇ ਹਿਸਾਬ ਨਾਲ ਦਿੱਤੇ ਸੀ। ਬ੍ਰਾਂਚ ਦੇ ਵਿੱਚ ਉੱਦਾਂ ਜਿੰਨੇ ਜਿਸ ਹਿਸਾਬ ਨਾਲ ਰੂਲਸ ਬਣਾਏ ਸੀਗੇ, ਰੂਲਸ ਦੇ ਅਕੋਰਡਿੰਗ ਇਹਨਾਂ ਨੇ ਨਾਮ ਆਪਾਂ ਕਰਦੇ ਹਾਂ। ਦੇਖੋ ਜਿਵੇਂ ਦੇਖੋ ਵੀ ਪਹਿਲਾਂ ਆਪਾਂ ਵੇਖਦੇ ਹਾਂ ਵੀ ਚੇਨ ਲੈਂਥ ਕੀ ਹੁੰਦੀ ਹੈ। ਚੇਨ ਦੀ ਲੈਂਥ ਤੁਸੀਂ 10th ਕਲਾਸ ਵਿੱਚ ਵੀ ਇਹ ਗੱਲ ਪੜ੍ਹਦੇ ਹੋਗੇ ਵੀ ਚੇਨ ਲੈਂਥ ਮਤਲਬ ਕਾਰਬਨ 1 ਹੈ, C2 ਹੈ, C3 ਹੁੰਦਾ, C4 ਹੈ, C5 ਹੈ। C1 ਕਾਰਬਨ ਹੈ, ਉਹਨੂੰ ਆਪਾਂ ਕੀ ਬੋਲਦੇ ਹਾਂ? ਮਿਥ। C2 ਨੂੰ ਬੋਲਦੇ ਹਾਂ ਇਥ। C3 ਨੂੰ ਬੋਲਦੇ ਹਾਂ ਆਪਾਂ ਪ੍ਰੋਪ, ਫਿਰ ਬਿਊਟ। C5 ਨੂੰ ਪੈਂਟ। ਉਸ ਤੋਂ ਬਾਅਦ ਆਪਾਂ ਨੂੰ ਪਤਾ ਹੈ C6 C7 ਵੀ ਕਾਰਬਨ ਨੰਬਰ 6 ਹੋ ਗਏ, ਕਾਰਬਨ 7 ਹੋ ਗਏ, ਕਾਰਬਨ ਨੰਬਰ 8 ਹੋ ਗਏ ਨੇ, ਕਾਰਬਨ 9 ਹੋ ਗਏ, ਕਾਰਬਨ 10 ਹੋ ਗਏ ਨੇ। ਕਾਰਬਨ 6 ਵਾਲਿਆਂ ਨੂੰ ਆਪਾਂ ਕੀ ਬੋਲਾਂਗੇ? ਹੈਕਸ। ਕਾਰਬਨ 7 ਵਾਲਿਆਂ ਨੂੰ ਬੋਲਾਂਗੇ ਹੈਪਟ। 8 ਵਾਲਿਆਂ ਨੂੰ ਔਕਟ। 9 ਵਾਲਿਆਂ ਨੂੰ ਆਪਾਂ ਬੋਲਾਂਗੇ ਨੌਨ। 10 ਵਾਲਿਆਂ ਨੂੰ ਆਪਾਂ ਬੋਲਾਂਗੇ ਡੈਕ। ਉਸ ਤੋਂ ਬਾਅਦ ਆਪਾਂ ਦੇਖਦੇ ਹੁੰਦੇ ਹਾਂ, ਇਸ ਤੋਂ ਬਗੈਰ ਆਪਾਂ ਨੂੰ ਪਤਾ ਕੀ ਹੁੰਦਾ ਵੀ ਇੱਕ ਤਾਂ ਆਪਾਂ ਚੇਨ ਲੈਂਥ ਵੇਖਦੇ ਹਾਂ। ਜਿਵੇਂ ਦੇਖੋ C1 ਮਤਲਬ 1 ਕਾਰਬਨ ਵੇਖਣਾ ਹੈ, C2 ਮਤਲਬ 2 ਕਾਰਬਨ, C3 ਮਤਲਬ 3 ਕਾਰਬਨ ਦੀ ਅਟੈਚਮੈਂਟ ਆਪਾਂ ਦੇਖਣੀ ਹੈ। ਹੁਣ C3 C4 ਮਤਲਬ ਆਪਾਂ 4 ਕਾਰਬਨਸ ਇਸ ਤਰ੍ਹਾਂ ਰਿੰਗ ਵਿੱਚ ਅਟੈਚ, ਇਸ ਤਰ੍ਹਾਂ ਇੱਕ ਲਾਈਨ ਦੇ ਵਿੱਚ ਲੀਨੀਅਰ ਦੇ ਵਿੱਚ ਅਟੈਚ ਹੋਣਗੇ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਇਹਨਾਂ ਨੂੰ ਆਪਾਂ ਕੀ ਬੋਲਦੇ ਹਾਂ? ਜਿਹੜਾ ਮਿਥ, ਇਥ ਹੈ, ਪ੍ਰੋਪ ਹੈ, ਇਹਨਾਂ ਸਭ ਨੂੰ ਆਪਾਂ ਬੋਲਦੇ ਹਾਂ ਵਰਡ ਰੂਟ। ਇੱਕ ਗੱਲ ਦਾ ਧਿਆਨ ਰੱਖੋ। ਕਿਸ ਗੱਲ ਦਾ ਧਿਆਨ ਰੱਖਣਾ ਹੈ? ਜਦੋਂ ਵੀ IUPAC ਨੇਮ ਕਰਦੇ ਹਾਂ, ਆਪਣੇ ਕੋਲ ਨੇਮਿੰਗ ਨੂੰ ਆਪਾਂ 3 ਪਾਰਟਸ ਵਿੱਚ ਕਰਦੇ ਹਾਂ। ਨੇਮਿੰਗ ਕਰਨ ਦੇ 3 ਪਾਰਟਸ ਹੈਗੇ ਨੇ। ਨੇਮਿੰਗ ਕਰਨ ਵਾਸਤੇ 3 ਪਾਰਟਸ ਕਿਹੜੇ ਨੇ ਆਪਣੇ ਕੋਲ? ਫਸਟ ਪਾਰਟ ਹੁੰਦਾ ਹੈ ਵਰਡ ਰੂਟ। ਸੈਕਿੰਡ ਪਾਰਟ ਆਪਣੇ ਕੋਲ ਕਿਹੜਾ ਹੁੰਦਾ? ਸਫਿਕਸ। ਅਤੇ ਥਰਡ ਪਾਰਟ ਆਪਣੇ ਕੋਲ ਕਿਹੜਾ ਹੁੰਦਾ? ਪ੍ਰੀਫਿਕਸ। ਇਹਦਾ ਇੱਕ ਰੂਲ ਵੀ ਤੁਹਾਨੂੰ ਮੈਂ ਦੱਸਾਂਗੀ। ਸ਼ਾਰਟ ਟ੍ਰਿਕ ਹੁੰਦੀ ਹੈ। ਆਪਾਂ ਜਦੋਂ ਵੀ ਨੇਮਿੰਗ ਕਰਾਂਗੇ ਸ਼ਾਰਟ ਟ੍ਰਿਕ ਦੇ ਨਾਲ ਆਪਾਂ ਨੇਮ ਕਰਨੇ ਆਪਾਂ ਨੂੰ ਹਰ ਇੱਕ ਦੇ ਈਜ਼ੀ ਹੋ ਜਾਣਗੇ। ਫਸਟ ਹੈ ਵਰਡ ਰੂਟ ਹੈ, ਫਿਰ ਸਫਿਕਸ ਹੈ, ਫਿਰ ਪ੍ਰੀਫਿਕਸ ਹੈ। ਹੁਣ ਦੇਖੋ ਵੀ ਚੇਨ ਲੈਂਥ ਮਤਲਬ ਚੇਨ ਕਿੰਨੀ ਲੰਬੀ ਹੈ। ਜਿਵੇਂ 1 ਕਾਰਬਨ ਹੈ, 2 ਕਾਰਬਨ ਨੇ, 3 ਕਾਰਬਨ ਹੈ, ਜਾਂ 4 ਕਾਰਬਨ ਨੇ, 5 ਨੇ, 6, ਇਸ ਤਰ੍ਹਾਂ ਲੰਬੀ ਲਾਈਨ। ਉਸ ਤੋਂ ਬਾਅਦ ਜਦੋਂ ਆਪਾਂ ਉਹਨਾਂ ਨੂੰ ਨਾਮ ਦੇਣਾ, ਜਿਵੇਂ ਮਿਥ ਹੈ, ਇਥ, ਪ੍ਰੋਪ, ਬਿਊਟ, ਇਹਨਾਂ ਨੂੰ ਆਪਾਂ ਬੋਲਾਂਗੇ ਕੀ ਬੋਲਾਂਗੇ? ਵਰਡ ਰੂਟ ਬੋਲਾਂਗੇ, ਵਰਡ ਰੂਟ। ਉਸ ਤੋਂ ਬਾਅਦ ਦੇਖੋ ਸਫਿਕਸ ਹੁੰਦਾ। ਸਫਿਕਸ ਦੀਆਂ ਕਿੰਨੀਆਂ ਟਾਈਪਸ ਹੋਣਗੀਆਂ? ਸਫਿਕਸ ਦੀਆਂ ਵਰਡ ਰੂਟ ਆਪਣੇ ਕੋਲ ਕਲੀਅਰ ਹੈ। ਵਰਡ ਰੂਟ ਆਪਣਾ ਹੋ ਗਿਆ। ਸਫਿਕਸ ਆਪਾਂ ਦੇਖਦੇ ਹਾਂ ਸਫਿਕਸ ਦੀਆਂ ਕਿੰਨੀਆਂ ਟਾਈਪਸ ਹੋਣਗੀਆਂ। ਸਫਿਕਸ ਦੀਆਂ ਆਪਣੇ ਕੋਲ 2 ਟਾਈਪ ਹੁੰਦੀਆਂ ਨੇ। ਇੱਕ ਹੁੰਦੀ ਹੈ ਪ੍ਰਾਇਮਰੀ ਸਫਿਕਸ, ਇੱਕ ਹੁੰਦੀ ਹੈ ਆਪਣੇ ਕੋਲ ਸੈਕੰਡਰੀ ਸਫਿਕਸ। ਪ੍ਰਾਇਮਰੀ ਸਫਿਕਸ ਕਿਹੜੀ ਹੋਏਗੀ? ਪ੍ਰਾਇਮਰੀ ਸਫਿਕਸ ਦੇ ਵਿੱਚ ਦੇਖੋ ਬਈ ਕੀ ਹੋਏਗਾ। ਜਿਵੇਂ ਦੇਖੋ ਤੁਸੀਂ 10th ਕਲਾਸ ਵਿੱਚ ਵੀ ਇਹ ਗੱਲ ਪੜ੍ਹਦੇ ਵੀ C ਸਿੰਗਲ ਬੌਂਡ ਹੈ, ਉਸ ਨੂੰ ਆਪਾਂ ਕੀ ਨਾਮ ਦਿੰਦੇ ਹੁੰਦੇ ਹਾਂ? ਉਹਦੇ C ਸਿੰਗਲ ਬੌਂਡ ਹੈ, ਇਸ ਤਰ੍ਹਾਂ ਸਿੰਗਲ ਬੌਂਡ ਦੇ ਵਿੱਚ ਅਟੈਚਮੈਂਟ ਹੈ, ਤਾਂ ਸਫਿਕਸ ਕਿਹੜਾ ਆਏਗਾ ਆਪਣੇ ਕੋਲ? ਏਨ ਆਏਗਾ। ਜੇ ਡਬਲ ਬੌਂਡ ਹੈ ਤਾਂ ਆਪਣੇ ਕੋਲ ਕੀ ਆਏਗਾ? ਈਨ ਆਏਗਾ।
जे ट्रिपल बॉन्ड है तो अपने कोल की आएगा, आइन आएगा। ये तुसी बेसिक गल पढ़ी हुई है। तो जनरली आप इन्हों की कह दें, एन मनु आप जनरली बोल दें एल्केन्स, इन्हों की बोल दें हो एल्केन्स, ठीक है। ईन वालियां आप जदों आप ईन बोलते हैं इन्हों आप की बोल दें एल्केन्स, एल्कीन्स। तो आइन्स वालियां आप की बोल दें एल्काइन्स। आप +1 ਦੇ ਵਿੱਚ पढ़ते हैं, इन्हों के जर्नल फार्मूलाज भी रीड कर लें। वैसे तो आप 10th तो ही जर्नल फार्मूला रीड कर लें। अल्कीन्स का जर्नल फार्मूला की होंदा है, अल्कीन का जर्नल फार्मूला की होंदा है CnH2n+2। n की वैल्यू आप लै सकते हैं, n = 1 है। 1 का आप की कहेंगे C1 हो गया, H2 × 1+2 मतलब कि बनया CH2 2 + 2 कितना हो गया 4। तो अपने कोल की हो गया CH4 उदा बन के आ गया जो आप n की वैल्यू 1। अल्कीन अपने कोल किहड़ा आ गया CH4। हुण आपां नूं पता है C1 वाला किहड़ा हुंदा है, देखो C1 वाला किहड़ा हुंदा है मिथ, मिथ हुंदा है, मिथ। तो आपां नूं पता है 10th क्लास आप पढ़ते हैं मिथ है, एक कार्बन है तो मिथ है। आप एन्स विच पढ़ी जाने तो मिथेन, नाम पिछे की आ जाएगा मिथेन। उवें आपां की पढ़ते हैं अल्कीन्स का जर्नल फार्मूला किहड़ा हुंदा है, अल्कीन्स का जर्नल फार्मूला है CnH2n। उवें n की वैल्यू आप किंदे तो शुरू करनी है, 2 तो शुरू करनी है। एक कार्बन वाला कदे भी नहीं बनेगा अल्कीन। उस तो बाद जो आप अल्काइन लेना है, अल्काइन का जर्नल फार्मूला की होएगा CnH2n-2। इदा ही n की वैल्यू आप किन्ने तो शुरू करनी है, 2 तो स्टार्ट करनी है। आई होप तुहानूं ये समझ आ रहा होएगा। अगर नहीं समझ आया कुछ भी तो तुसी कमेंट सैक्शन में कमेंट करके पूछ सकते हो, जो भी तुहानूं डाउट होएगा। इहदा स्क्रीनशॉट लै सकते हो तुसी नाल दी नाल। हुण तक आपां कुछ इन्ना ही नहीं पढ़िया, खास कोई भी मुश्किल वाला नहीं पढ़िया। आपां शुरू बस की कीता सी नेमिंग आपां नूं पता 2 टाइप दियां हुंदियां ने, IUPAC नेम, कॉमन नेम्स हुंदियां ने। ਉਹਦੇ ਵਿੱਚ ਆਪਾਂ ਨੂੰ ਜਦੋਂ ਵੀ ਆਪਾਂ ਨੇਮਿੰਗ ਕਰਦੇ ਹਾਂ ਆਪਾਂ ਕੀ ਧਿਆਨ ਰੱਖਦੇ ਹਾਂ ਵੀ ਇੱਕ ਤਾਂ ਚੇਨ ਕਿੰਨੀ ਲੰਬੀ ਹੈ, C1 ਹੈ, C2 ਹੈ, ਉਹਨੂੰ ਆਪਾਂ ਬੋਲਾਂਗੇ ਚੇਨ ਦੀ ਕਿੰਨੀ ਲੈਂਥ ਹੈ, 5 ਹੈ, 6 ਹੈ, 7 ਹੈ। ਜਦੋਂ ਉਸ ਤੋਂ ਬਾਅਦ ਉਹਨੂੰ ਆਪਾਂ ਨਾਮ ਦੇਣਾ ਹੈ, ਉਹਨੂੰ ਨਾਮ ਨੂੰ ਕੀ ਬੋਲਾਂਗੇ ਵੀ ਆਪਾਂ ਵਰਡ ਰੂਟ ਕਹਿਣਾ ਉਸ ਚੀਜ਼ ਨੂੰ। ਇਹਨੂੰ ਮਿਥ ਇਥ ਨੂੰ ਆਪਾਂ ਕੀ ਬੋਲਣਾ, ਵਰਡ ਰੂਟ ਹੈਗਾ ਇਹ, ਵਰਡ ਰੂਟ ਹੈ। ਵਰਡ ਰੂਟ ਤੋਂ ਬਾਅਦ ਆਪਾਂ ਨੂੰ ਪਤਾ ਹੈ ਸਫਿਕਸ ਹੁੰਦਾ ਹੈ। ਆਪਾਂ ਨੇਮਿੰਗ ਕਰਨ ਟਾਈਮ 3 ਚੀਜ਼ਾਂ ਦਾ ਧਿਆਨ ਕਿਹੜਾ ਰੱਖਣਾ ਹੁੰਦਾ ਵੀ ਵਰਡ ਰੂਟ ਵੇਖਣਾ, ਸਫਿਕਸ ਤੇ ਪ੍ਰੀਫਿਕਸ। ਵਰਡ ਰੂਟ ਆਪਾਂ ਨੂੰ ਪਤਾ ਲੱਗ ਗਿਆ, ਮਿਥਿਤ ਪ੍ਰੋਪ ਵਾਲਿਆਂ ਨੂੰ ਆਪਾਂ ਬੋਲਦੇ ਹਾਂ ਵਰਡ ਰੂਟ। ਉਸ ਤੋਂ ਬਾਅਦ ਸਫਿਕਸ ਕੀ ਹੋ ਗਿਆ, ਸਫਿਕਸ ਦੇ ਵਿੱਚ ਆਪਾਂ 2 ਟਾਈਪਸ ਪੜ੍ਹੀਆਂ ਨੇ। ਪਹਿਲੀ ਪੜ੍ਹੀ ਆਪਾਂ ਕਿਹੜੀ, ਪ੍ਰਾਇਮਰੀ ਸਫਿਕਸ, ਦੂਸਰੀ ਪੜ੍ਹੀ ਆਪਾਂ ਸੈਕੰਡਰੀ ਸਫਿਕਸ। ਹੁਣ ਪ੍ਰਾਇਮਰੀ ਸਫਿਕਸ 'ਚ ਤੁਹਾਨੂੰ ਮੈਂ ਕੀ ਦੱਸਿਆ ਵੀ ਜਿਹੜੇ ਦੇਖੋ ਸਿੰਗਲ ਬੌਂਡ ਵਾਲੇ, ਡਬਲ ਬੌਂਡ ਵਾਲੇ ਜਾਂ ਟ੍ਰਿਪਲ ਬੌਂਡ ਵਾਲਿਆਂ ਨੂੰ ਆਪਾਂ ਕੀ ਬੋਲਾਂਗੇ, ਪ੍ਰਾਇਮਰੀ ਸਫਿਕਸ। ਸੀ ਸਿੰਗਲ ਬੌਂਡ ਵਾਲੇ ਨੂੰ ਬੋਲਾਂਗੇ ਐਲਕੇਨ, ਇਹਨਾਂ ਨੂੰ ਈਨ, ਇਹਨਾਂ ਦੇ ਪਿੱਛੇ ਈਨ ਲੱਗ ਜਾਏਗਾ। ਜਿਹੜਾ ਪਿੱਛੇ ਲੱਗੇਗਾ, ਸਿੱਧੀ ਗੱਲ ਧਿਆਨ 'ਚ ਰੱਖੋ, ਜਿਹੜਾ ਪਿੱਛੇ ਲੱਗੇਗਾ ਉਹਨੂੰ ਆਪਾਂ ਬੋਲਾਂਗੇ, ਕੀ ਬੋਲਾਂਗੇ, ਸਫਿਕਸ, ਆਇਨ ਲੱਗੇਗਾ। ਏਨ ਵਾਲਿਆਂ ਨੂੰ ਆਪਾਂ ਕੀ ਬੋਲਦੇ ਨੇ, ਅਲਕੇਨਸ, ਅਲਕੀਨਸ, ਅਲਕਾਈਨਸ। ਉਸ ਤੋਂ ਬਾਅਦ ਜਨਰਲ 'ਚ ਤੁਹਾਨੂੰ ਫਾਰਮੂਲੇ ਦੱਸੇ, ਜਦੋਂ ਆਪਾਂ ਫਾਰਮੂਲਾ 10th ਕਲਾਸ ਤੱਕ ਆਪਾਂ ਬਣਾਉਂਦੇ ਹੁੰਦੇ ਸੀ ਕਿ ਅਲਕੇਨ ਦਾ ਫਾਰਮੂਲਾ CnH2n+2, ਤੁਹਾਨੂੰ ਇੱਕ ਫਾਰਮੂਲਾ ਬਣਾ ਕੇ ਵੀ ਦਿਖਾਇਆ। ਅਲਕੀਨ ਦਾ ਫਾਰਮੂਲਾ CnH2n+2, ਅਲਕਾਈਨ ਦਾ ਫਾਰਮੂਲਾ CnH2n-2। ਆਪਾਂ ਹੁਣ ਸੈਕਿੰਡ ਪਾਰਟ ਪੜ੍ਹਦੇ ਹਾਂ। ਕਿਹੜਾ ਸੈਕਿੰਡ ਪਾਰਟ ਕੀ ਹੈ ਆਪਣੇ ਕੋਲ, ਸੈਕਿੰਡ ਪਾਰਟ ਆਪਣੇ ਕੋਲ ਕੀ ਹੈ, ਸੈਕੰਡਰੀ ਸਫਿਕਸ। ਸੈਕੰਡਰੀ ਸਫਿਕਸ ਦੇ ਵਿੱਚ ਆਪਾਂ ਪੜ੍ਹਾਂਗੇ ਵੀ ਕਾਫੀ ਤਰ੍ਹਾਂ ਦੇ ਆਪਣੇ ਕੋਲ ਫੰਕਸ਼ਨਲ ਗਰੁੱਪ ਪ੍ਰੈਜੈਂਟ ਹੋਣਗੇ। ਫੰਕਸ਼ਨਲ ਗਰੁੱਪ ਮਤਲਬ ਜਿਵੇਂ ਦੇਖੋ ਅਲਕੋਹਲ ਹੈਗਾ, ਐਲਡੀਹਾਈਡ ਹੈ, ਕੀਟੋਨਸ ਨੇ, ਕੀਟੋਨਸ ਤੋਂ ਬਾਅਦ ਕਾਰਬੋਕਸਿਲਿਕ ਐਸਿਡ ਹੋਏਗਾ, ਕਾਰਬੋਕਸਿਲਿਕ ਐਸਿਡ ਤੋਂ ਬਾਅਦ ਹੋਏਗਾ ਐਸਿਡ ਕਲੋਰਾਈਡ, ਐਸਿਡ ਕਲੋਰਾਈਡਸ ਤੋਂ ਬਾਅਦ ਹੋਣਗੇ ਐਸਿਡ ਅਮਾਈਡਸ, ਐਸਿਡ ਅਮਾਈਡਸ ਤੋਂ ਬਾਅਦ ਹੋਣਗੇ ਐਸਟਰਸ, ਐਸਟਰਸ ਤੋਂ ਬਾਅਦ ਹੋਣਗੇ ਨਾਈਟ੍ਰਾਇਲਸ, ਨਾਈਟ੍ਰਾਇਲਸ ਤੋਂ ਬਾਅਦ ਹੋਣਗੇ ਅਮਾਈਨਸ। ਇਹ ਆਪਣੇ ਕੋਲ ਕਿੰਨੇ ਹੋ ਗਏ, 1 2 3
4 5 6 7 8 ਐਂਡ 9। ਦੇਖੋ ਵੀ ਹੁਣ ਆਪਾਂ ਨੂੰ ਪਤਾ ਹੈ ਇਹਨਾਂ ਦੇ ਵਿੱਚ ਫੰਕਸ਼ਨਲ ਗਰੁੱਪ ਕਿਵੇਂ ਹੁੰਦੇ ਆ। ਦੇਖੋ ਵੀ ਜਿਵੇਂ ਦੇਖੋ ਇੱਥੇ ਲੱਗਿਆ ਹੁੰਦਾ OH। ਇਸ ਡੰਡੇ ਦਾ ਕੀ ਮਤਲਬ ਹੁੰਦਾ, ਤੁਸੀਂ ਬੁੱਕ ਦੇ ਵਿੱਚ ਨੋਟ ਕਰਦੇ ਹੋਗੇ। ਇਸ ਜਿਹੜਾ ਡੰਡਾ ਅੱਗੇ ਲੱਗਿਆ ਇਹਦਾ ਮਤਲਬ ਹੁੰਦਾ ਵੀ ਇੱਥੇ ਕੋਈ R ਹੈ। R ਦਾ ਕੀ ਮਤਲਬ ਹੁੰਦਾ ਹੈ, ਇੱਥੇ ਕੀ ਹੈ, ਕੋਈ ਐਲਕਾਈਲ, ਇੱਥੇ ਕੋਈ ਅਲਕਾਈਲ ਗਰੁੱਪ ਹੈ। ਅਲਕਾਈਲ ਗਰੁੱਪ ਮਤਲਬ ਕੋਈ ਇੱਥੇ ਰਿੰਗ ਮਤਲਬ ਰਿੰਗ ਨਹੀਂ ਆਪਾਂ ਨੂੰ ਕਹਿ ਸਕਦੇ, ਇੱਥੇ ਕੋਈ ਜਿਵੇਂ ਕਾਰਬਨ ਕਾਰਬਨ ਅਟੈਚਮੈਂਟ ਹੈ, ਕਿੰਨੇ ਵੀ ਕਾਰਬਨ ਹੋ ਸਕਦੇ ਨੇ, 1 ਹੋ ਸਕਦਾ, 2 ਹੋ ਸਕਦਾ, 3 4 5 6, ਇਹਦਾ ਮਤਲਬ ਇੱਥੇ ਹੈ। ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਸੈਕਿੰਡ ਟਾਈਪ ਕਿਹੜੀ ਬਣਦੀ ਹੈ, ਐਲਡੀਹਾਈਡਸ। ਐਲਡੀਹਾਈਡਸ ਕਿਹੜੇ ਹੁੰਦੇ ਨੇ, ਤੁਸੀਂ ਪੜ੍ਹਦੇ ਹੀ ਹੋਗੇ। ਆਰ ਦੀ ਜਗ੍ਹਾ 'ਤੇ ਇੱਥੇ ਦੇਖੋ ਆਰ, ਇੱਕ ਇੱਥੇ ਐਚ ਲੱਗਿਆ ਹੁੰਦਾ, ਇੱਥੇ ਕੀ ਹੁੰਦਾ ਡਬਲ ਬੌਂਡ ਹੋ। ਇਹਦੀ ਰਿਪਰੈਜ਼ੈਂਟੇਸ਼ਨ ਇਸ ਤਰ੍ਹਾਂ ਹੈ। ਇਸ ਚੀਜ਼ ਨੂੰ ਆਪਾਂ ਹੋਰ ਵੀ ਕਿੱਦਾਂ ਲਿਖ ਸਕਦੇ ਹਾਂ, ਇਹਦਾ ਨਾਮ ਨੂੰ ਆਪਾਂ ਹੋਰ ਕਿਵੇਂ ਲਿਖ ਸਕਦੇ ਹਾਂ, ਆਰ, ਜਿਵੇਂ ਦੇਖੋ ਆਰ CHO ਵੀ ਲਿਖਿਆ ਆਇਆ ਹੋ ਸਕਦਾ, ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਜਾਂ ਇਹਨੂੰ ਇਸ ਤਰ੍ਹਾਂ ਵੀ ਇਕੱਲਾ ਇਕੱਲਾ ਵੀ ਲਿਖਿਆ ਹੋ ਸਕਦਾ, ਵੀ ਇੱਦਾਂ ਬੌਂਡ ਬਣਿਆ ਹੋਏਗਾ, ਇੱਦਾਂ ਲਿਖਿਆ ਹੋਏਗਾ। ਜਦੋਂ ਆਪਾਂ ਵੈਸੇ ਰਿਪਰੈਜ਼ੈਂਟ ਕਰਨੇ ਹਾਂ ਤਾਂ ਇਹਨਾਂ ਦੇ ਅਲੱਗ-ਅਲੱਗ ਨਾਮ ਹੈਗੇ ਨੇ, ਵੀ ਇੱਦਾਂ ਇੱਦਾਂ ਇਹਨਾਂ ਦੀ ਰਿਪਰੈਜ਼ੈਂਟੇਸ਼ਨ ਹੈ। ਉਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਕੀਟੋਨਸ। ਕੀਟੋਨਸ ਕਿਹੜੇ ਹੋਣਗੇ, ਦੇਖੋ R C, ਇੱਥੇ 2, ਇੱਥੇ ਇੱਕ ਹਾਈਡਰੋਜਨ ਸੀਗਾ, ਇੱਥੇ ਬਸ ਇੱਕ R ਆ ਜਾਣੀ। R ਮਤਲਬ ਕੋਈ ਵੀ ਅਲਕਾਈਲ ਗਰੁੱਪ। ਅਲਕਾਈਲ ਗਰੁੱਪ ਮਤਲਬ ਕੋਈ ਵੀ, ਇੱਥੇ ਦੇਖੋ R ਦੀ ਜਗ੍ਹਾ 'ਤੇ ਦੇਖੋ ਮੈਂ ਜਿਵੇਂ ਤੁਹਾਨੂੰ ਕਰਕੇ ਦੱਸਦੀ ਹਾਂ, ਜਿਵੇਂ R ਦੀ ਜਗ੍ਹਾ 'ਤੇ ਇੱਥੇ CH3 ਵੀ ਹੋ ਸਕਦਾ ਹੈ, ਇੱਥੇ C2H5 ਵੀ ਹੋ ਸਕਦਾ ਹੈ, ਕੁਛ ਵੀ R ਦੀ ਜਗ੍ਹਾ 'ਤੇ ਕੋਈ ਵੀ ਅਲਕਾਈਲ ਗਰੁੱਪ ਹੁੰਦਾ, ਤਾਂ ਇੱਥੇ ਇੱਕ R ਪ੍ਰਾਈਮ ਪਾਇਆ ਹੁੰਦਾ, ਵੀ ਇਹ R ਸੇਮ ਵੀ ਹੋ ਸਕਦੇ ਨੇ, R ਦੋਨੋਂ ਡਿਫਰੈਂਟ ਵੀ ਹੋ ਸਕਦੇ ਆ। ਇਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਕੀਟੋਨਸ। ਕੀਟੋਨਸ ਤੋਂ ਬਾਅਦ ਕਿਹੜਾ ਆਉਂਦਾ ਹੈ, ਕਾਰਬੋਕਸਿਲਿਕ ਐਸਿਡ। ਕਾਰਬੋਕਸਿਲਿਕ ਐਸਿਡ ਕਿਹੜਾ ਹੁੰਦਾ, ਇੱਦਾਂ ਵੀ ਪਾਇਆ ਹੁੰਦਾ COOH। ਇੱਥੇ ਡੰਡੇ ਦਾ ਕੀ ਮਤਲਬ ਬਣਿਆ, ਵੀ RCOOH ਹੈ ਆਪਣੇ ਕੋਲ। ਇਹਨਾਂ ਨੂੰ ਹੁਣ ਆਪਾਂ ਇੱਕ ਹੋਰ ਵੀ ਜਿਵੇਂ ਇੱਦਾਂ ਇਹਨਾਂ ਦੀ ਇੱਦਾਂ ਵੀ ਲਿਖਿਆ ਹੋਇਆ ਆ ਸਕਦਾ, ਵੀ R ਦੇ ਨਾਲ ਕੀ ਹੈ, ਇੱਕ ਡਬਲ ਬੌਂਡ ਪ੍ਰੈਜ਼ੈਂਟ ਹੈ, ਇੱਕ ਇੱਦਾਂ ਸਿੰਗਲ ਬੌਂਡ। ਇਹਨਾਂ ਦੀ ਇੱਦਾਂ ਵੀ ਲਿਖਿਆ ਹੋਇਆ ਹੁੰਦਾ ਬੁੱਕਸ ਵਿੱਚ। ਆਪਾਂ ਕਨਫਿਊਜ਼ ਨਹੀਂ ਹੋਣਾ, ਬਸ ਅਗਰ ਆਪਾਂ ਬੇਸਿਕਸ ਨੂੰ ਸਮਝ ਕੇ ਚੱਲਦੇ ਹਾਂ ਤਾਂ ਆਪਾਂ ਨੂੰ ਕੋਈ ਅੱਗੋਂ ਦਿੱਕਤ ਨਹੀਂ ਆਏਗੀ, ਵੀ ਆਪਾਂ ਨੂੰ ਕੋਈ ਵੀ ਸਮਝਣੀ ਚੀਜ਼ ਔਖੀ ਲੱਗੇਗੀ। ਠੀਕ ਹੈ। ਤਾਂ ਆਪਾਂ ਕਾਰਬੋਕਸਿਲਿਕ ਐਸਿਡ ਨੂੰ ਆਪਾਂ ਕੀ ਬੋਲਦੇ ਹਾਂ, RCOOH। ਉਸ ਤੋਂ ਬਾਅਦ ਆ ਗਿਆ ਐਸਿਡ ਕਲੋਰਾਈਡ। ਐਸਿਡ ਕਲੋਰਾਈਡ ਨੂੰ ਆਪਾਂ ਕੀ ਬੋਲਾਂਗੇ, ਦੇਖੋ COCl ਐਵੇਂ ਲਿਖਿਆ ਹੁੰਦਾ ਬੁੱਕਸ ਵਿੱਚ। ਇੱਥੇ ਡੰਡੇ ਦਾ ਕੀ ਮਤਲਬ ਬਣਿਆ, ਵੀ R ਮਤਲਬ ਕੋਈ ਵੀ ਅਲਕਾਈਲ ਗਰੁੱਪ, ਜਿਵੇਂ ਦੇਖੋ CH3 COCl ਵੀ ਹੋ ਸਕਦਾ, C2H5 COCl ਵੀ ਹੋ ਸਕਦਾ। ਇਹ ਇਸ ਤਰ੍ਹਾਂ ਵੀ ਲਿਖਿਆ ਹੋ ਸਕਦਾ, ਇਸ ਤਰ੍ਹਾਂ ਵੀ ਲਿਖਿਆ, ਆਪਾਂ ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ। ਤੁਸੀਂ ਨੋਟੇਸ਼ਨਸ ਵੇਖ ਕੇ ਕਦੇ ਵੀ ਕਨਫਿਊਜ਼ ਨਹੀਂ ਹੋਣਾ ਕਿ ਬੁੱਕ ਦੇ ਵਿੱਚ ਪਤਾ ਨਹੀਂ ਆ ਲਿਖਿਆ ਹੋਇਆ ਇਹ। ਉਸ ਤੋਂ ਬਾਅਦ ਐਸਿਡ ਅਮਾਈਡਸ। ਐਸਿਡ ਅਮਾਈਡਸ ਕਿਹੜੇ ਹੁੰਦੇ ਨੇ, ਬਹੁਤ ਜ਼ਿਆਦਾ, ਇਹ ਸਾਰੇ ਦੇ ਸਾਰੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੇ ਆ। ਐਸਿਡ ਅਮਾਈਡਸ ਕਿਹੜੇ ਹੁੰਦੇ ਆ, ਜਿਵੇਂ RCONH2। RCONH2 ਮਤਲਬ ਕੀ ਬਣਿਆ, ਇਹਨੂੰ ਆਪਾਂ ਕਿਵੇਂ ਹੋਰ ਲਿਖ ਸਕਦੇ ਹਾਂ, R ਦੇ ਨਾਲ CO ਇੱਦਾਂ ਡਬਲ ਬੌਂਡ ਵਿੱਚ, NH2, ਇਹਨੂੰ ਬੋਲਦੇ ਆ ਅਮਾਈਡਸ। ਉਸ ਤੋਂ ਬਾਅਦ ਕਿਹੜੇ ਆ ਗਏ, ਐਸਟਰਸ। ਐਸਟਰਸ ਕਿਹੜੇ ਹੋਣਗੇ, ਦੇਖੋ ਵੀ ਐਸਟਰਸ ਨੂੰ ਯਾਦ ਕਰਨਾ ਕੋਈ ਔਖਾ ਨਹੀਂ ਹੈ। ਦੇਖੋ RCOOR, ਕੂਰ ਤੋਂ ਯਾਦ ਕਰ ਲਓ, ਕੂਰ ਤੋਂ ਯਾਦ ਰੱਖ ਲਓ, ਵੀ ਕੂਰ ਕਿਹਦੇ ਵਿੱਚ ਹੈ, ਐਸਟਰਸ ਵਿੱਚ ਹੈ। ਕੂਰ ਨੂੰ ਯਾਦ ਰੱਖ ਲਓ, ਜਿਵੇਂ ਨੂਰ, ਕੂਰ, ਇੱਦਾਂ। ਦੇਖੋ ਇਹਨੂੰ ਆਪਾਂ ਹੋਰ ਕਿਵੇਂ ਲਿਖ ਸਕਦੇ ਹਾਂ, RCOO, ਇੱਥੇ R ਮਤਲਬ ਕੋਈ ਵੀ ਆਪਣੇ ਕੋਲ ਅਲਕਾਈਲ ਗਰੁੱਪ। ਵਾਰ-ਵਾਰ ਇਸੇ ਗੱਲੋਂ ਰਿਪੀਟ ਕਰ ਰਹੀ ਹਾਂ ਵੀ R ਦਾ ਮਤਲਬ ਅਲਕਾਈਲ ਗਰੁੱਪ ਹੈ, ਕਨਫਿਊਜ਼ ਨਹੀਂ ਹੋਣਾ। ਇਸ ਤੋਂ ਬਾਅਦ ਆਪਣੇ ਕੋਲ ਕਿਹੜੇ ਆ ਗਏ ਨੇ, ਨਾਈਟਰਾਈਲਸ। ਨਾਈਟਰਾਈਲਸ ਦਾ ਮਤਲਬ ਕਿਹੜਾ, ਇੱਧਰ ਦੇਖੋ ਇਹ ਕੀ ਲਿਖੇ ਹੋਣਗੇ, ਜਿਵੇਂ ਐਵੇਂ ਡੰਡਾ ਲੱਗਿਆ ਹੋਏਗਾ, ਡੰਡੇ ਤੋਂ ਬਾਅਦ ਇੱਧਰ ਐਵੇਂ C ਦੇ ਨਾਲ ਟ੍ਰਿਪਲ ਬੌਂਡ N ਲੱਗਿਆ ਹੋਏਗਾ। ਵੈਸੇ ਤਾਂ ਆਪਾਂ ਸਾਇਨਾਈਡਸ ਪੜ੍ਹਦੇ ਹਾਂ, ਬਟ ਇਹਨਾਂ ਨੂੰ ਆਪਾਂ ਜਦੋਂ ਨੇਮਿੰਗ ਕਰਦੇ ਹਾਂ ਆਪਾਂ ਇਹਨਾਂ ਨੂੰ ਕੀ ਬੋਲਦੇ ਹਾਂ, ਨਾਈਟਰਾਈਲਸ। ਇਹਨਾਂ ਦਾ ਨਾਮ ਕੀ ਬਣਿਆ, ਨਾਈਟਰਾਈਲਸ। ਹੁਣ RCN ਵੀ ਲਿਖਿਆ ਹੋਇਆ ਆ ਸਕਦਾ, ਨਾਈਟਰਾਈਲਸ। ਇਸ ਤੋਂ ਬਾਅਦ ਆਪਣੇ ਕੋਲ ਲਾਸਟ ਕਿਹੜੇ ਬਣੇ ਨੇ, ਅਮਾਈਨਸ। 9th ਨੰਬਰ ਆਪਣੇ ਕੋਲ ਕਿਹੜਾ ਹੈ, ਅਮਾਈਨਸ ਦਾ। ਅਮਾਈਨਸ ਕਿਹੜੇ ਹੋ ਗਏ ਨੇ, ਅਮਾਈਨਸ ਨੂੰ ਆਪਾਂ ਕੀ ਲਿਖਦੇ ਹਾਂ, ਇੱਧਰ ਦੇਖੋ RNH2, ਇਹਨੂੰ ਆਪਾਂ ਕੀ ਬੋਲਾਂਗੇ, ਅਮਾਈਨਸ ਬੋਲਾਂਗੇ। ਉਸ ਤੋਂ ਬਾਅਦ ਦੇਖੋ ਵੀ ਇਹ ਹੁਣ ਆਪਣੇ ਕੋਲ ਕੀ ਆ ਗਏ ਨੇ, ਇਹ ਆਪਣੇ ਫੰਕਸ਼ਨਲ ਗਰੁੱਪਸ ਹੈਗੇ ਨੇ, ਜਿੰਨੇ ਵੀ ਨੇ ਫੰਕਸ਼ਨਲ ਗਰੁੱਪਸ ਦੇ ਨੇਮਸ ਆ ਸੀਗੇ ਫੰਕਸ਼ਨਲ ਗਰੁੱਪਸ ਦੇ ਨੇਮ। ਮਤਲਬ ਇਹ ਆਪਣੇ ਕੋਲ ਕੰਪਾਊਂਡ ਸੀ, ਇਹ ਉਹਨਾਂ ਦੇ ਫੰਕਸ਼ਨਲ ਗਰੁੱਪਸ ਨੇ ਜਿਹੜੇ ਆਪਾਂ ਯਾਦ ਰੱਖਣੇ ਨੇ। ਉਸ ਤੋਂ ਬਾਅਦ ਹੁਣ ਆਪਾਂ ਨੂੰ ਪਤਾ ਲੱਗਿਆ ਵੀ ਆਪਾਂ ਟਾਈਪ ਕੀ ਪੜ੍ਹੀ ਜਾਂਦੇ ਹਾਂ, ਆਪਾਂ ਪੜ੍ਹ ਰਹੇ ਹਾਂ ਸੈਕੰਡਰੀ
ਸਫਿਕਸ। ਸੈਕੰਡਰੀ ਸਫਿਕਸ ਦੇ ਵਿੱਚ ਕੀ ਆ ਗਿਆ ਵੀ ਆਪਾਂ ਜਦੋਂ ਨੇਮਿੰਗ ਕਰਦੇ ਆ, IUPAC ਨੇਮਿੰਗ ਵਾਲਾ ਟੌਪਿਕ ਪੜ੍ਹ ਰਹੇ ਆ, IUPAC ਨੇਮਿੰਗ ਕਰਦੇ ਆ, ਬੇਸਿਕ ਕਰਦੇ ਆ, ਜਦੋਂ ਦੇਖੋ ਲਿਖਿਆ ਹੋਇਆ ਆਏਗਾ +2 ਦੇ ਵਿੱਚ ਤਾਂ ਇਹ ਬਿਲਕੁਲ ਵੀ ਨਹੀਂ ਹੈਗਾ ਨਾ ਵੀ ਤੁਸੀਂ ਨੇਮਿੰਗ ਸਿੱਖੀ ਹੋਈ ਹੈ +1 ਦੇ ਵਿੱਚ, ਬਸ ਉਹੀ ਤੁਹਾਨੂੰ ਸਿੱਧਾ ਰਿਐਕਸ਼ਨਸ ਵਿੱਚ ਯੂਜ਼ ਕਰਨੀ ਪੈਣੀ ਹੈ। ਠੀਕ ਹੈ, ਤਾਂ ਤੁਸੀਂ ਜਦੋਂ ਵੀ ਨਾਮ ਨੀਚੇ ਰਿਐਕਸ਼ਨ ਦੇ ਲਿਖਿਆ ਹੋਏਗਾ ਉਹਨੂੰ ਵੇਖ ਕੇ ਸਮਝਣਾ ਪਏਗਾ ਵੀ ਹੁਣ ਐਲਡੀਹਾਈਡ ਲਿਖਿਆ ਹੈ, ਉਹ ਆਪਾਂ ਨੂੰ ਇੱਥੋਂ ਯਾਦ ਰੱਖਾਂਗੇ। ਜਦੋਂ ਬਾਈ ਚਾਂਸ ਨੇਮ ਹੀ ਮੈਂਸ਼ਨ ਹੈ, ਕਈ ਵਾਰੀ ਗਰੁੱਪਸ ਲਿਖੇ ਹੁੰਦੇ ਨੇ ਤਾਂ ਗਰੁੱਪਸ ਆਪਾਂ ਇਹਨਾਂ ਨੂੰ ਵੇਖ ਕੇ ਸਮਝਣਾ ਹੈ। ਅਗਰ ਆਪਣੇ ਕੋਲ ਨਾਮ ਲਿਖਿਆ ਹੋਇਆ ਤਾਂ ਨਾਮ ਆਪਾਂ ਇੱਥੋਂ ਸਮਝਾਂਗੇ ਵੀ ਸੈਕੰਡਰੀ ਸਫਿਕਸ। ਹੁਣ ਦੇਖੋ ਵੀ ਸੈਕੰਡਰੀ ਸਫਿਕਸ ਨੂੰ ਯਾਦ ਕਰਨਾ ਕੋਈ ਮੁਸ਼ਕਿਲ ਨਹੀਂ ਹੈ। ਦੇਖੋ ਅਲਕੋਹਲਸ ਆ ਗਏ, ਅਲਕੋਹਲਸ ਵਿੱਚ ਆਪਾਂ OH ਗਰੁੱਪ ਹੋਵੇਗਾ ਤਾਂ ਆਪਾਂ ਇਹਨਾਂ ਨੂੰ ਕੀ ਬੋਲਾਂਗੇ, ਓਲ। ਪਿਛਲੇ ਪਾਸੇ ਕੀ ਲੱਗਿਆ ਹੈਗਾ, ਓਲ ਲੱਗਿਆ, ਅਲਕੋਹਲ ਮਤਲਬ ਓਲ। ਐਲਡੀਹਾਈਡ ਆਪਾਂ ਯਾਦ ਕਰਨੇ ਆ, ਐਲਡੀਹਾਈਡਸ ਵਿੱਚ ਆਪਣੇ ਕੋਲ ਪਿੱਛੇ ਕੀ ਲੱਗਿਆ ਹੋਏਗਾ, ਅਲ, ਏ ਤੇ ਨਾਲ ਅਲ ਲੱਗਿਆ। ਇਹਦਾ ਮਤਲਬ ਫਿਰ ਉਹੀ ਬਣ ਗਿਆ ਜੇ ਮਿਥੇਨੋਲ ਹੈ, ਇਥੇਨੋਲ ਹੈ, ਵੀ ਅੱਗੇ ਕੁਝ ਹੋਰ ਲੱਗਿਆ ਹੋਇਆ ਹੈ। ਅਲਕਾਇਲ ਗਰੁੱਪ ਦਾ ਕੋਈ ਨਾ ਕੋਈ ਅੱਗੇ ਨੇਮ ਲੱਗਿਆ ਹੋਇਆ ਹੈ। ਕੀਟੋਨਸ ਆ ਗਏ ਤਾਂ ਕੀਟੋਨਸ ਵਿੱਚ ਆਪਾਂ ਕੀ ਲਿਖਦੇ ਹਾਂ, ਕੀਟੋਨਸ ਵਿੱਚ ਕੀ ਆਪਾਂ ਕਰਦੇ ਹਾਂ ਨੇਮਿੰਗ, ਕੀਟੋਨਸ ਦੇ ਵਿੱਚ ਪਾਉਂਦੇ ਹਾਂ ਓਨ। ਓਨ, ਇਹਨੂੰ 1 ਨਹੀਂ ਬੋਲਣਾ, ਇਹਨੂੰ ਓਨ ਹੀ ਬੋਲਣਾ। ਉਸ ਤੋਂ ਬਾਅਦ ਆਪਣੇ ਕੋਲ ਕਾਰਬੋਕਸਿਲਿਕ ਐਸਿਡ ਹੈ, ਕਾਰਬੋਕਸਿਲਿਕ ਐਸਿਡ ਆਪਣੇ ਕੋਲ ਦਿਸ ਵਨ। ਕਾਰਬੋਕਸਿਲਿਕ ਐਸਿਡ ਦੇ ਵਿੱਚ ਆਪਾਂ ਕੀ ਲਿਖਦੇ ਹਾਂ, ਓਇਕ ਐਸਿਡ। ਐਸਿਡ ਵੀ ਨਾਮ ਜ਼ਰੂਰ ਆਪਾਂ ਮੈਂਸ਼ਨ ਕਰਨਾ ਹੈ। ਉਸ ਤੋਂ ਬਾਅਦ ਐਸਿਡ ਕਲੋਰਾਈਡਸ ਜਦੋਂ ਆਪਾਂ ਕਰਦੇ ਹਾਂ, ਐਸਿਡ ਕਲੋਰਾਈਡ ਦੇ ਵਿੱਚ ਆਪਾਂ ਕੀ ਨਾਮ ਲਿਖਦੇ ਹਾਂ, ਦੇਖੋ ਵੀ ਓਇਲ। ਇਹ ਡੰਡੇ ਦੇ ਨਾਲ ਕੀ ਲੈਣਾ, ਓਇਲ। ਓਇਲ ਦੇ ਨਾਲ ਅੱਗੋਂ ਜੋ ਵੀ ਹੈ, ਜੇ Cl ਵੇਖੋ ਆਪਾਂ ਮੈਂਸ਼ਨ ਕੀਤਾ ਤਾਂ ਓਇਲ ਕੀ ਆ ਜਾਏਗਾ, ਕਲੋਰਾਈਡ। ਜੇ Br ਇੱਥੇ ਹੈ ਤਾਂ ਓਇਲ ਬ੍ਰੋਮਾਈਡ, ਕੋਈ ਵੀ ਜੋ ਵੀ ਹੈਲੋਜਨ ਹੈ। ਇਹਨੂੰ ਆਪਾਂ ਇਸ ਤਰ੍ਹਾਂ ਵੀ ਲਿਖਿਆ ਹੋਇਆ ਆ ਸਕਦਾ RCOX, X ਮਤਲਬ ਕੋਈ ਵੀ ਹੈਲੋਜਨ। ਉਸ ਤੋਂ ਬਾਅਦ ਨੈਕਸਟ ਆਪਾਂ ਪੜ੍ਹਦੇ ਹਾਂ ਐਮਾਈਡਸ। ਅਮਾਈਡਸ ਦੇ ਵਿੱਚ ਆਪਣੇ ਪਤਾ ਹੈ ਕੀ ਨਾਮ ਆਇਆ ਹੋਏਗਾ, ਲਾਸਟ 'ਤੇ ਆਪਾਂ ਨੇ ਅਮਾਈਡ ਲਿਖਿਆ ਹੋਇਆ ਆਏਗਾ। ਜਾਂ ਹੁਣ ਤੁਸੀਂ +1 ਦੇ ਵਿੱਚ ਨੇਮਿੰਗ ਲਈ ਆ ਤੁਸੀਂ ਫੋਲੋ ਕਰੋਗੇ ਵੀਡੀਓ ਤਾਂ ਤੁਸੀਂ ਦੇਖੋਗੇ ਵੀ ਇਹ ਤੁਸੀਂ +1 'ਚ ਚੀਜ਼ਾਂ ਕਰਦੇ ਹੋ, +2 'ਚ ਆਹੀ ਚੀਜ਼ਾਂ ਯੂਜ਼ ਹੋਣਗੀਆਂ। ਉਸ ਤੋਂ ਬਾਅਦ ਨਾਈਟਰਾਈਲਸ ਹੈ, ਨਾਈਟਰਾਈਲਸ ਉਸ ਤੋਂ ਬਾਅਦ ਐਸਟਰਸ। ਐਸਟਰ ਵਾਲਾ, ਐਸਟਰ 'ਚ ਆਪਾਂ ਨੂੰ ਪਤਾ ਹੈ ਕੂਰ ਵਰਡ ਨੂੰ ਆਪਾਂ ਯਾਦ ਰੱਖਣਾ ਹੈ, ਐਸਟਰ ਵਾਸਤੇ ਕੂਰ ਵਰਡ ਯਾਦ ਰੱਖਣਾ ਹੈ। ਅਤੇ ਐਸਟਰ ਵਾਸਤੇ ਆਪਣੇ ਕੋਲ ਕੀ ਨਾਮ ਆਪਾਂ ਮੈਂਸ਼ਨ ਕਰਦੇ ਹਾਂ, ਓਇਟ। ਆਪਾਂ ਕੀ ਮੈਂਸ਼ਨ ਕਰਦੇ ਹਾਂ, OAT, ਓਇਟ। ਵੀ ਇਥੇਨੋਇਟ, ਬਿਊਟੇਨੋਇਟ, ਹੈਕਸੇਨੋਇਟ, ਇਸ ਤਰ੍ਹਾਂ। ਉਸ ਤੋਂ ਬਾਅਦ ਆਪਣੇ ਕੋਲ ਕਿਹੜਾ ਬਚਿਆ, ਅਮਾਈਨਸ। ਅਮਾਈਨਸ ਵਾਸਤੇ ਆਪਣੇ ਲਾਸਟ 'ਤੇ ਆਪਣੇ ਕੀ ਲਿਖਿਆ ਹੁੰਦਾ, ਅਮਾਈਨਸ ਹੀ ਲਿਖਿਆ ਹੁੰਦਾ। ਉਸ ਤੋਂ ਬਾਅਦ ਨਾਈਟਰਾਈਲਸ ਦੇ ਟਾਈਮ ਆਪਣੇ ਕੋਲ ਕੀ ਲਿਖਿਆ ਹੋਏਗਾ, ਨਾਈਟਰਾਈਲ ਹੀ ਲਿਖਿਆ ਹੋਏਗਾ। ਸੌਰੀ ਇੱਥੇ ਮਿਸਟੇਕ ਹੋ ਗਈ, ਨਾਈਟਰਾਈਲ ਦੇ ਟਾਈਮ ਆਪਣੇ ਕੋਲ ਲਾਸਟ 'ਤੇ ਨਾਈਟਰਾਈਲ ਲਿਖਿਆ ਹੋਇਆ ਆਏਗਾ। ਉਸ ਤੋਂ ਬਾਅਦ ਅਮਾਈਨਸ ਦੇ ਟਾਈਮ ਆਪਣੇ ਕੋਲ ਲਾਸਟ 'ਤੇ ਕੀ ਲਿਖਿਆ ਹੋਏਗਾ, ਅਮਾਈਨਸ। ਠੀਕ ਹੈ, ਤਾਂ ਇਹ ਆਪਾਂ ਜਿਹੜੇ ਇਸ ਚੀਜ਼ ਨੂੰ ਆਪਾਂ ਨੂੰ ਹਮੇਸ਼ਾ ਹੀ ਅੱਗੋਂ BSc ਕਰੋਗੇ, ਕਿਹੜੀ ਵੀ ਫੀਲਡ ਵਿੱਚ ਅੱਗੋਂ ਜਾਓਗੇ, ਇਹ ਤੁਹਾਨੂੰ ਯਾਦ ਹੋਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ। ਕਰਨਾ ਕੁਛ ਵੀ ਨਹੀਂ ਆ, ਬਹੁਤ ਈਜ਼ੀ ਵੀ ਹੈ ਯਾਦ ਰੱਖਣ ਲਈ। 1-2 ਵਾਰ ਤੁਸੀਂ ਰਿਵਾਈਜ਼ ਕਰੋਗੇ ਤਾਂ ਤੁਹਾਨੂੰ ਆਰਾਮ ਨਾਲ ਯਾਦ ਹੋ ਜਾਏਗਾ। ਦੇਖੋ ਪ੍ਰਾਇਮਰੀ ਸਫਿਕਸ ਤੇ ਸੈਕੰਡਰੀ ਸਫਿਕਸ। ਪ੍ਰਾਇਮਰੀ ਸਫਿਕਸ ਕਿਹੜੇ ਹੁੰਦੇ ਆ, ਜਿਵੇਂ ਦੇਖੋ ਅਲਕੋਹਲ, ਐਲਡੀਹਾਈਡ, ਕੀਟੋਨਸ, ਕਾਰਬੋਕਸਿਲਿਕ ਐਸਿਡ, ਐਸਿਡ ਕਲੋਰਾਈਡ, ਐਸਿਡ ਅਮਾਈਡਸ, ਇਹ ਸਾਰੇ ਆਪਣੇ ਕੋਲ ਕਿਹੜੇ ਹੁੰਦੇ ਨੇ, ਸੈਕੰਡਰੀ ਸਫਿਕਸ ਤੇ ਕੰਪਾਊਂਡਸ। ਸੈਕੰਡਰੀ ਸਫਿਕਸ ਕਹਿਣਾ ਕਿਹਨੂੰ ਹੈ, ਜਿਹੜੇ ਦੇਖੋ ਵੀ ਆਪਾਂ ਇਹ ਨਾਮ ਲਿਖੇ ਨੇ ਜਿਵੇਂ ਓਲ, ਅਲ, ਓਨ, ਓਇਕ ਐਸਿਡ, ਓਇਲ, ਇਹ ਸਾਰੇ ਆਪਣੇ ਕੋਲ ਕੀ ਨੇ, ਸੈਕੰਡਰੀ ਸਫਿਕਸ। ਇਹ ਆਪਣੇ ਕੋਲ ਕੀ ਨੇ, ਫੰਕਸ਼ਨਲ ਗਰੁੱਪਸ। ROH ਹੈ, RCHO ਹੈ। ਕੋਈ ਵੀ ਡਾਊਟ ਹੋਈ ਤੁਸੀਂ ਕਮੈਂਟ ਬਾਕਸ ਵਿੱਚ ਮੈਸੇਜ ਕਰ ਦੇਣਾ, ਮੈਂ ਉਸ ਚੀਜ਼ ਦਾ ਜ਼ਰੂਰ ਰਿਪਲਾਈ ਕਰਾਂਗੀ। ਅੱਜ ਲਈ ਆਪਾਂ ਇੰਨਾ ਹੀ ਪੜ੍ਹਾਂਗੇ। 3rd ਪਾਰਟ ਆਪਣਾ ਰਹਿ ਗਿਆ ਜਿਹੜਾ ਕਿ ਹੈ ਪ੍ਰੀਫਿਕਸ ਦਾ, ਵੀ ਪ੍ਰੀਫਿਕਸ ਕੀ ਹੋਣਗੇ। ਪ੍ਰੀਫਿਕਸ ਉਹ ਆਪਾਂ ਨੈਕਸਟ ਵੀਡੀਓ 'ਚ ਪੜ੍ਹਾਂਗੇ। ਥੈਂਕ ਯੂ ਸੋ ਮਚ।